कोरोना वायरस के दौरान जिन्हां ने कौमांतरी हवाई उड़ाणां दे विच सफर नहीं किया उन्हां नूं हुण सारे पैसे टिकटां दे वापस मिलणगे। ग्राम सभावां ने पिंडां दे विच मते पाउणे शुरू कर दित्ते ने किसानी बिलां दे खिलाफ। मोबाइल फोन हुण महंगे हो जाणगे। भारत दे विच अमरीका ने जिहड़ा H1B वीजे दे उत्ते पाबंदी लाई सी ओह हुण हटा दित्ती है। ड्राइविंग लाइसेंस अते RC दी हार्ड कापी हुण नहीं रखनी पेगी। एमरजेंसी बुलेटिन देखण वाले सारे दर्शकां दा स्वागत है। मैं हरशरण कौर। सब तो पहला गल करांगे एमरजेंसी बुलेटिन दे विच पंजाब दे विच किसानी संघर्ष नूं लैके लगातार रोह ते है किसानी संघर्ष। किसान दिल्ली तक पहुंच गए ने। 5 किसान पार्लीमेंट दे बाहर जाके बह गए ने। श्री अकाल तख्त साहिब दे कार्यकारी जथेदार ज्ञानी हरप्रीत सिंह भी अज उन्हां दे कोल पहुंचे। उन्हां दी हौसला अफजाई कीती, सिरोपाओ दे के सन्मानित किया। पिछले 4 दिन तो लगातार उत्थे बैठे हुए ने। पंजाब दे विच जिथे जिथे भी मोर्चे लगे हुए ने उत्थे हुण औरतां भी वड्डी गिणती दे विच पहुंचण लगियां ने। मोर्चिਆਂ ਦੇ ਵਿੱਚ औरतां ने ਜਿਹੜੀਆਂ ਉਹਨਾਂ ਦੀ ਗਿਣਤੀ ਹੋਰ ਵੀ ਆਉਂਦੇ ਦਿਨਾਂ ਦੇ ਵਿੱਚ ਵਧੇਗੀ। ਇਸ ਦਾ ਐਲਾਨ ਵੱਖ-ਵੱਖ ਮੋਰਚਿਆਂ ਤੋਂ ਕੀਤਾ ਜਾ ਰਿਹਾ ਹੈ ਤੇ ਹਾਲਾਤ ਦੇਖ ਕੇ ਲੱਗਦਾ ਵੀ ਇਹੀ ਹੈ ਕਿ ਹੁਣ ਇਹ ਰੋਹ ਹੈ ਜਿਹੜਾ ਉਹ ਹੋਰ ਅੱਗੇ ਵਧੇਗਾ, ਰੁਕਣ ਵਾਲਾ ਨਹੀਂ ਹੈ। ਤੇ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਕਾਰੋਬਾਰਾਂ ਦੇ ਬਾਈਕਾਟ ਦਾ ਸੱਦਾ ਹੈ ਉਸ ਨੂੰ ਵੀ ਪੂਰਾ ਹੁੰਗਾਰਾ ਜਿਹੜਾ ਮਿਲ ਰਿਹਾ ਹੈ। ਪੰਜਾਬ ਦੇ ਵਿੱਚ ਰਿਲਾਇੰਸ ਦੇ ਪੈਟਰੋਲ ਪੰਪਾਂ ਦੇ ਬਾਹਰ ਧਰਨੇ ਲੱਗੇ ਹੋਏ ਨੇ। ਟੋਲ ਪਲਾਜ਼ਿਆਂ ਦੇ ਉੱਤੋਂ ਲੋਕਾਂ ਨੂੰ ਬਿਨਾਂ ਪਰਚੀ ਲਏ ਲੰਘਾਇਆ ਜਾ ਰਿਹਾ। ਆਮ ਲੋਕ ਕਹਿੰਦੇ ਨੇ ਕਿ ਸਾਡੇ ਲਈ ਬਹੁਤ ਵੱਡੀ ਰਾਹਤ ਹੈ। ਕਿਸਾਨ ਜਿਹੜਾ ਖੁਦ ਭਾਵੇਂ ਲੁੱਟਿਆ ਜਾ ਰਿਹਾ ਪਰ ਉਹਨਾਂ ਨੇ ਲੋਕਾਂ ਨੂੰ ਇੱਕ ਲੁੱਟ ਤੋਂ ਬਚਾਇਆ ਹੈ ਜਿਹੜੀ ਕਿ ਸ਼ਾਹੀ ਘਰਾਣਿਆਂ ਦੀ ਲੁੱਟ ਕਹੀ ਜਾ ਰਹੀ ਹੈ। ਸੋ ਇੱਕ ਹੋਰ ਜਿਹੜਾ ਵੱਡੀ ਕਾਰਵਾਈ ਹੋਈ ਹੈ ਪੰਜਾਬ ਦੇ ਵਿੱਚ ਜਿਹੜੀ ਸ਼ੁਰੂ ਹੋਈ ਹੈ ਉਹ ਜਿਹੜਾ ਹੈ ਪਿੰਡਾਂ ਦੇ ਵਿੱਚ ਗ੍ਰਾਮ ਸਭਾਵਾਂ ਦੇ ਵੱਲੋਂ ਮਤੇ ਪਾਉਣ ਦੀ ਅਪੀਲ ਕੀਤੀ ਜਾ ਰਹੀ ਸੀ, ਖਾਸ ਕਰਕੇ MP ਭਗਵੰਤ ਮਾਨ ਦੇ ਵੱਲੋਂ। ਉਹ ਹੁਣ ਪਿੰਡਾਂ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ। ਬਰਨਾਲਾ ਦੇ ਕਈ ਪਿੰਡਾਂ ਦੇ ਵਿੱਚ ਗ੍ਰਾਮ ਸਭਾਵਾਂ ਨੇ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਨੇ। ਚੰਨਨਵਾਲ ਪਿੰਡ ਦੀ ਪੰਚਾਇਤ ਹੈ ਜਿਹੜੀ ਉਹਨਾਂ ਨੇ ਵੀ ਮਤਾ ਪਾ ਦਿੱਤਾ ਹੈ ਖੇਤੀ ਕਾਨੂੰਨ ਦੇ ਵਿਰੋਧ ਦੇ ਵਿੱਚ। ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਗ੍ਰਾਮ ਸਭਾਵਾਂ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਉਸ ਬੈਠਕ ਤੋਂ ਬਾਅਦ ਸਰਬਸੰਮਤੀ ਦੇ ਨਾਲ ਪੰਚਾਇਤਾਂ ਦੇ ਵੱਲੋਂ ਮਤੇ ਪਾਏ ਜਾ ਰਹੇ ਨੇ। ਜਿਵੇਂ ਭਗਵੰਤ ਮਾਨ ਨੇ ਦੱਸਿਆ ਸੀ ਕਿ ਇਸ ਪ੍ਰੋਸੀਜਰ ਦੇ ਰਾਹੀਂ ਤੁਸੀਂ ਮਤੇ ਪਾ ਸਕਦੇ ਹੋ। ਭਗਵੰਤ ਮਾਨ ਦਾ ਕਹਿਣਾ ਹੈ ਕਿ ਜਦੋਂ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਉਣਗੀਆਂ ਇਹਨਾਂ ਕਾਨੂੰਨਾਂ ਦੇ ਖਿਲਾਫ ਤਾਂ ਇਹਨਾਂ ਬਿੱਲਾਂ ਨੂੰ ਰੱਦ ਹੋਣ ਤੋਂ ਰੋਕਿਆ ਜਾ ਸਕਦਾ ਹੈ। ਅਗਲੀ ਇੱਕ ਹੋਰ ਖਬਰ ਵੀ ਤੁਹਾਨੂੰ ਬਰਨਾਲਾ ਤੋਂ ਦੱਸਾਂਗੇ ਐਮਰਜੈਂਸੀ ਬੁਲੇਟਿਨ ਦੇ ਵਿੱਚ, ਜਿੱਥੇ ਕਿਸਾਨਾਂ ਦਾ ਮੋਰਚਾ ਲਗਾਤਾਰ ਜਾਰੀ ਹੈ। 1 ਅਕਤੂਬਰ ਨੂੰ ਯਾਨੀ ਕਿ ਕੱਲ ਕਿਸਾਨਾਂ ਨੇ ਮੋਰਚਾ ਜਿਹੜਾ ਉਹ ਸ਼ੁਰੂ ਕੀਤਾ ਸੀ। ਇਸ ਦੌਰਾਨ ਪਤਾ ਲੱਗਿਆ ਕਿ ਪੰਜਾਬ ਸਰਕਾਰ ਦੇ ਮੰਤਰੀ ਨੇ ਜਿਹੜੇ ਗੁਰਪ੍ਰੀਤ ਕਾਂਗੜ ਉਹ ਸਟੇਡੀਅਮ ਦਾ ਉਦਘਾਟਨ ਕਰਨ ਦੇ ਲਈ ਆ ਰਹੇ ਸੀਗੇ ਪਰ ਵਿਰੋਧ ਹੋਣ ਦੇ ਡਰੋਂ ਉਹ ਨਹੀਂ ਆਏ। ਉਸ ਤੋਂ ਬਾਅਦ ਬਰਨਾਲਾ ਦੇ ਪਿੰਡ ਰਾਏਸਰ ਦੀ ਇਹ ਗੱਲ ਹੈਗੀ ਹੈ। ਇੱਥੇ ਮਹਿਲ ਕਲਾਂ ਤੋਂ ਸਾਬਕਾ ਕਾਂਗਰਸੀ ਵਿਧਾਇਕ ਹਰਚੰਦ ਕੌਰ ਘਨੌਰੀ ਇਹ ਪਹੁੰਚਦੇ ਨੇ। ਫਿਰ ਜਦੋਂ ਗੁਰਪ੍ਰੀਤ ਕਾਂਗੜ ਨਹੀਂ ਆਏ ਸਟੇਡੀਅਮ ਦੇ ਉਦਘਾਟਨ ਲਈ ਤਾਂ ਵਿਧਾਇਕ ਹਰਚੰਦ ਕੌਰ ਘਨੌਰੀ ਪਹੁੰਚੇ ਤੇ ਫਿਰ ਕਿਸਾਨਾਂ ਨੇ ਇਸ ਵਿਧਾਇਕ ਦਾ ਮਹਿਲਾ ਵਿਧਾਇਕ ਦਾ ਵਿਰੋਧ ਕੀਤਾ। ਜਦੋਂ ਵਿਰੋਧ ਕੀਤਾ ਤਾਂ ਕਾਂਗਰਸੀ ਵਿਧਾਇਕ ਹਰਚੰਦ ਕੌਰ ਘਨੌਰੀ ਨੂੰ ਘਿਰਾਓ ਤੋਂ ਬਾਅਦ ਕਿਸਾਨਾਂ ਦੇ ਧਰਨੇ ਦੇ ਵਿੱਚ ਆ ਕੇ ਮਾਈਕ ਫੜ ਕੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣੇ ਪਏ। ਕਿਸਾਨ ਲੀਡਰਾਂ ਦੇ ਦਬਾਅ ਦੇ ਕਾਰਨ ਇੱਕ ਕਾਂਗਰਸ ਵਿਧਾਇਕ ਨੂੰ ਸਵਾਲਾਂ ਦੇ ਜਵਾਬ ਨੇ ਜਿਹੜੇ ਉਹ ਦੇਣੇ ਪਏ। ਨਾਲੇ ਉਹਨਾਂ ਨੇ ਫਿਰ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੁੱਖ ਮੰਤਰੀ ਤੱਕ ਪਹੁੰਚਾਉਣਗੇ, ਜਿਸ ਤੋਂ ਬਾਅਦ ਕਿਸਾਨਾਂ ਨੇ ਉਹ ਘਿਰਾਓ ਖਤਮ ਕੀਤਾ। ਉਸ ਤੋਂ ਬਾਅਦ ਜਿਹੜੀ ਕਾਂਗਰਸ ਵਿਧਾਇਕ ਹੈ ਉਹਨਾਂ ਨੇ ਜਾ ਕੇ ਪਿੰਡ ਰਾਏਸਰ ਦੇ ਵਿੱਚ ਸਟੇਡੀਅਮ ਦਾ ਉਦਘਾਟਨ ਹੈ ਜਿਹੜਾ ਉਹਦੀ ਰਸਮ ਨੂੰ ਨੇਪਰੇ ਚਾੜਿਆ। ਐਮਰਜੈਂਸੀ ਬੁਲੇਟਿਨ ਦੇ ਵਿੱਚ ਅਗਲੀ ਖਬਰ ਬਹੁਤ ਹੀ ਜ਼ਰੂਰੀ ਹੈ ਉਹਨਾਂ ਦੇ ਲਈ ਜਿਨ੍ਹਾਂ ਨੇ ਯਾਤਰਾ ਕਰਨੀ ਸੀ, ਜਿਨ੍ਹਾਂ ਨੇ ਜਹਾਜ਼ਾਂ ਦੇ ਵਿੱਚ ਯਾਤਰਾ ਕਰਨੀ ਸੀ, ਚਾਹੇ ਉਹ ਘਰੇਲੂ ਯਾਤਰਾ ਹੋਵੇ ਜਾਂ ਫਿਰ ਕੌਮਾਂਤਰੀ ਹੋਵੇ, ਡੋਮੈਸਟਿਕ ਹੋਵੇ ਜਾਂ ਫਿਰ ਇੰਟਰਨੈਸ਼ਨਲ ਹੋਵੇ। ਸੁਪਰੀਮ ਕੋਰਟ ਨੇ ਹੁਕਮ ਦਿੱਤੇ ਨੇ 에ਅਰਲਾਈਨ ਕੰਪਨੀਆਂ ਨੂੰ ਕਿ ਜਿਨ੍ਹਾਂ ਨੇ ਵੀ 25 ਮਾਰਚ ਤੋਂ ਲੈ ਕੇ 24 ਮਈ ਤੱਕ ਟਿਕਟਾਂ ਬੁੱਕ ਕਰਵਾਈਆਂ ਸੀ ਉਹਨਾਂ ਨੂੰ ਫੁੱਲ ਰਿਫੰਡ ਵਾਪਸ ਕੀਤਾ ਜਾਵੇ, ਯਾਨੀ ਕਿ ਟਿਕਟਾਂ ਦੇ ਪੂਰੇ ਪੈਸੇ ਵਾਪਸ ਕੀਤੇ ਜਾਣ। ਇਹ ਸੁਪਰੀਮ ਕੋਰਟ ਦੇ ਜੱਜਾਂ ਨੇ ਹੁਕਮ ਸੁਣਾਇਆ ਹੈ। ਸੁਪਰੀਮ ਕੋਰਟ ਨੇ ਥੋੜੀ ਰਾਹਤ ਵੀ ਦਿੱਤੀ ਹੈ ਨਾ 에ਅਰਲਾਈਨ ਕੰਪਨੀਆਂ ਨੂੰ ਕਿ ਅਗਲੇ ਸਾਲ 31 ਮਾਰਚ ਤੱਕ ਯਾਨੀ ਕਿ 31 ਮਾਰਚ 2020 ਤੱਕ ਤੁਸੀਂ ਯਾਤਰੀਆਂ ਨੂੰ ਪੈਸਾ ਮੋੜ ਦਿਓ ਹਰ ਹਾਲਤ ਦੇ ਵਿੱਚ। ਜਿਨ੍ਹਾਂ ਨੇ ਟਿਕਟਾਂ ਬੁੱਕ ਕਰਵਾਈਆਂ ਸੀ 25 ਮਾਰਚ ਤੋਂ ਲੈ ਕੇ 24 ਮਈ ਤੱਕ ਪਰ ਉਹ ਜਾ ਨਹੀਂ ਸਕੇ
सके क्योंकि लॉकडाउन सीगा, सख्त लॉकडाउन सी, किते भी कोई फ्लाइट पूरी दुनिया दे विच आ जा नहीं रही सी ते उन्हां नूं पूरे पैसे टिकटां दे वापस कीते जाण ते इह डोमैसटिक अते इंटरनैशनल दोवां दे लई है। दोवें जिन्हां ने देश दे अंदर यात्रा करनी सी जहाज़ राहीं ते जिन्हां ने जहाज़ राहीं देश तो बाहर दी यात्रा करनी सी, दोवां तरह दे यात्रियां नूं पैसे वापस कीते जाणगे ते इह सुप्रीम कोर्ट ने सख्ती नाल कहा कि कोई भी कैंसलेशन फीस है जिहड़ी ਉਹ चार्ज नहीं की जाएगी ट्रैवल कंपनियां दे वल्लों। ते नाल ही ਇਹ भी हुक्म जारी किया सुप्रीम कोर्ट ने कि ਜਿਹੜੀਆਂ ਟਿਕਟਾਂ ਤੁਸੀਂ लॉकडाउन ਦੇ ਵਿੱਚ ਜਿਹੜੀਆਂ बुक करवाइयां ने, यानी कि ਜਦੋਂ लॉकडाउन ਲੱਗਿਆ ਹੋਇਆ ਸੀ ਉਦੋਂ ਤੁਸੀਂ बुक ਕੀਤੀਆਂ ਨੇ ਟਿਕਟਾਂ ਤਾਂ ਉਹ ਪੈਸੇ ਤੁਸੀਂ ਹੁਣੇ ਵਾਪਸ ਕਰੋਗੇ, ਕਿਉਂਕਿ लॉकडाउन ਦੇ ਵਿੱਚ ਜੇ ਤੁਸੀਂ ਟਿਕਟਾਂ बुक ਕੀਤੀਆਂ ਨੇ, ਜੇ ਕੋਈ ਯਾਤਰੀ ਨੇ अपील ਕੀਤੀ ਹੈ ਟਿਕਟ ਲਈ, ਤੁਸੀਂ बुक कर ਦਿੱਤੀ ਤਾਂ ਇਹ ਤੁਹਾਡੀ ਗਲਤੀ ਹੈ ਕਿ लॉकडाउन ਦੇ ਵਿੱਚ ਤੁਸੀਂ ਕਿਵੇਂ बुक ਕੀਤੀਆਂ ਨੇ। ਪਰ ਜਿਨ੍ਹਾਂ ਨੇ 25 ਮਾਰਚ ਤੋਂ 24 ਮਈ तक ट्रैवल करना सी, ਇਹਦੇ ਵਿੱਚ ट्रैवल करना सी, पर टिकटां ने ਜਿਹੜੀਆਂ ਪਹਿਲਾਂ ਤੋਂ बुक करवाਈਆਂ ਹੋਈਆਂ ਸੀ ਉਹ ਤਾਂ ਜਾ ਹੀ ਨਹੀਂ ਸੀ ਸਕਦੇ, ਉਹਨਾਂ ਦੇ ਪੂਰੇ ਪੈਸੇ ਵਾਪਸ ਕੀਤੇ ਜਾਣ 31 ਮਾਰਚ 2020 तक। सुप्रीम कोर्ट ने कहा कि पैसे हर हालत ਵਿੱਚ वापस कर ਦਿੱਤੇ ਜਾਣ, ਚਾਹੇ ਕਿਸੇ ਨੇ ਵੀ ट्रैवल एजेंट ਦੇ ਰਾਹੀਂ बुक करवाਈਆਂ ਜਾਂ ਫਿਰ ਸਿੱਧਾ 에ਅਰਲਾਈਨ ਕੰਪਨੀ ਦੀ ਵੈਬਸਾਈਟ ਦੇ ਉੱਤੇ ਜਾ ਕੇ बुक करवाਈਆਂ ਨੇ, ਸਾਰੀਆਂ ਟਿਕਟਾਂ ਦੇ ਪੈਸੇ ਤੁਹਾਨੂੰ ਵਾਪਸ ਕਰਨੇ ਹੀ ਪੈਣਗੇ। ਪਿਛਲੇ ਕਈ ਮਹੀਨਿਆਂ ਤੋਂ ਇਹ ਜਿਹੜਾ ਮਸਲਾ ਹੈਗਾ सुप्रीम कोर्ट ਦੇ ਵਿੱਚ ਚੱਲ ਰਿਹਾ ਸੀ, ਸੁਣਵਾਈ ਪੈ ਰਹੀ ਸੀ ਤੇ ਹੁਣ ਸੁਪਰੀਮ ਕੋਰਟ ਨੇ ਆਖਰੀ ਫੈਸਲਾ ਇਹਦੇ ਉੱਤੇ ਸੁਣਾ ਦਿੱਤਾ ਹੈ ਜਿਹੜਾ ਕਿ ਯਾਤਰੀਆਂ ਦੇ ਲਈ ਰਾਹਤ ਭਰਿਆ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਅਗਲੀ ਖਬਰ ਹੈ ਕਿ ਮੋਬਾਈਲ ਫੋਨ ਮਹਿੰਗੇ ਹੋਣਗੇ ਪੂਰੇ ਭਾਰਤ ਦੇ ਵਿੱਚ, ਕਿਉਂਕਿ ਸਰਕਾਰ ਨੇ ਡਿਸਪਲੇ ਦੀ ਦਰਾਮਦ ਦੇ ਉੱਤੇ 10% ਟੈਕਸ ਲਾ ਦਿੱਤਾ ਹੈ, ਜਿਹਦੇ ਕਾਰਨ ਮੋਬਾਈਲ ਫੋਨਾਂ ਦੀਆਂ ਕੀਮਤਾਂ ਦੇ ਵਿੱਚ 3% ਦਾ ਵਾਧਾ ਹੋ ਸਕਦਾ ਹੈ। ਇੰਡੀਅਨ ਸੈਲੂਲਰ ਐਂਡ ਇਲੈਕਟ੍ਰੋਨਿਕਸ ਐਸੋਸੀਏਸ਼ਨ यानी कि ICEA ने जानकारी ये दी है कि डिस्पले असैंबली ਅਤੇ टच पैनल ਦੇ ਉੱਤੇ चार्ज 1 अक्तूबर ਤੋਂ ਲਾਉਣ ਦੀ ਤਜਵੀਜ਼ ਸੀ, यानी कि ਕੱਲ ਤੋਂ ਇਹ ਜਿਹੜਾ टच पैनल है ਤੇ डिस्पले असैंबली ਉਹਦੇ ਉੱਤੇ ਚਾਰਜ ਹੈ ਜਿਹੜਾ ਉਹ ਲਾ ਦਿੱਤਾ ਗਿਆ, 10% ਟੈਕਸ ਲਗਾ ਦਿੱਤਾ ਗਿਆ, ਜਿਹਦੇ ਨਾਲ ਹੁਣ ਮੋਬਾਈਲ ਫੋਨਾਂ ਦੀ ਕੀਮਤ 3% ਤੱਕ ਮਹਿੰਗੀ ਹੋਵੇਗੀ। ਐਮਰਜੈਂਸੀ ਬੁਲੇਟਿਨ ਦੇ ਵਿੱਚ ਅਗਲੀ ਖਬਰ ਹੈ ਕਿ ਜਿਹੜੀ ਅਮਰੀਕਾ ਦੀ ਸਰਕਾਰ ਨੇ, ਰਾਸ਼ਟਰਪਤੀ ਡੋਨਾਲਡ ट्रंप ਦੀ ਸਰਕਾਰ ਨੇ H1B ਵੀਜ਼ਿਆਂ ਦੇ ਉੱਤੇ ਰੋਕ ਲਾਈ ਸੀ, ਉਸ ਨੂੰ ਇੱਕ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਵੀਜ਼ਿਆਂ ਦੇ ਉੱਤੇ ਰੋਕ ਲਾਈ ਸੀ, ਉਸ ਰੋਕ ਨੂੰ ਹੁਣ ਹਟਾ ਦਿੱਤਾ ਹੈ। ਜੂਨ ਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ट्रंप ਨੇ ਬਿਆਨ ਦਿੱਤਾ ਸੀ ਕਿ H1B ਵੀਜ਼ੇ ਜਾਰੀ ਨਹੀਂ ਕੀਤੇ ਜਾਣਗੇ, ਦਸੰਬਰ 2020 ਤੱਕ ਇਹਨਾਂ ਵੀਜ਼ਿਆਂ ਦੇ ਜਾਰੀ ਕਰਨ ਦੇ ਉੱਤੇ ਰੋਕ ਲਾਈ ਜਾਂਦੀ ਹੈ। ਇਸ ਗੱਲ ਨੂੰ ਲੈ ਕੇ ਸਰਕਾਰ ਦੀ ਕਾਫੀ ਹੈ ਜਿਹੜੀ ਉਹ ਨਿਖੇਧੀ ਵੀ ਹੋਈ ਸੀ, ਇਸ ਫੈਸਲੇ ਦੀ ਨਿਖੇਧੀ ਹੋਈ ਸੀ, ਕਾਫੀ ਆਲੋਚਨਾ ਵੀ ਹੋ ਰਹੀ ਸੀ। ਅਦਾਲਤ ਨੇ ਕਿਹਾ ਕਿ ਰਾਸ਼ਟਰਪਤੀ ਪਾਬੰਦੀ ਲਾਉਣ ਦੇ ਸੰਵਿਧਾਨਿਕ ਅਧਿਕਾਰ ਤੋਂ ਹੁਣ ਪਰੇ ਚਲੇ ਗਏ ਨੇ। ਇਹ ਹੁਕਮ ਕੈਲੀਫੋਰਨੀਆ ਦੇ ਉੱਤਰੀ ਜ਼ਿਲ੍ਹੇ ਦੇ ਜ਼ਿਲ੍ਹਾ ਜੱਜ ਜੈਫਰੀ ਵਾਈਟ ਨੇ ਜਾਰੀ ਕੀਤਾ ਹੈ। ਤੇ ਅਮਰੀਕਾ ਤੋਂ ਹੀ ਅਗਲੀ ਖਬਰ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ ਕੋਰੋਨਾ ਵਾਇਰਸ ਦੀ ਚਪੇਟ ਦੇ ਵਿੱਚ ਆ ਗਏ ਨੇ ਤੇ ਇਹ ਉਹ ਸਮਾਂ ਹੈ ਅਮਰੀਕਾ ਦੇ ਵਿੱਚ ਜਦੋਂ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਪ੍ਰਚਾਰ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਤੇ ਜ਼ਾਹਿਰ ਤੌਰ ਤੇ ਹੁਣ ਕੋਰੋਨਾ ਪੋਜ਼ਿਟਿਵ ਆਉਣ ਦੇ ਕਾਰਨ ਰਾਸ਼ਟਰਪਤੀ ਟਰੰਪ ਨੂੰ ਕੁਆਰੰਟਾਈਨ ਦੇ ਵਿੱਚ ਤਾਂ ਰਹਿਣਾ ਹੀ ਹੋਏਗਾ, ਪਰ ਇਹ ਖਬਰ ਵੀ ਆ ਸਕਦੀ ਹੈ ਕਿ ਹੋ ਸਕਦਾ ਹੈ ਰਾਸ਼ਟਰਪਤੀ ਟਰੰਪ ਕੁਆਰੰਟਾਈਨ ਦੇ ਵਿੱਚ ਰਹਿਣ ਤੋਂ ਇਨਕਾਰ ਵੀ ਕਰ ਸਕਦੇ ਨੇ, ਜਿਸ ਤਰੀਕੇ ਦੇ ਨਾਲ ਉਹਨਾਂ ਦੀ ਕਾਫੀ ਆਲੋਚਨਾ ਵੀ ਹੁੰਦੀ ਰਹੀ ਹੈ ਮਾਸਕ ਪਹਿਨਣ ਨੂੰ ਲੈ ਕੇ। ਸੋ ਦੋਵਾਂ ਪਤੀ ਪਤਨੀ ਨੂੰ ਕੋਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ, ਇਸ ਦੀ ਜਾਣਕਾਰੀ ਡੋਨਾਲਡ ਟਰੰਪ ਨੇ ਆਪਣੇ ਟਵਿੱਟਰ ਅਕਾਊਂਟ ਤੇ ਖੁਦ ਦਿੱਤੀ ਹੈ, ਜਿਸ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਟਰੰਪ ਦੇ ਖਾਸ ਮਿੱਤਰ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਹੈਂਡਲ ਦੇ ਉੱਤੇ ਡੋਨਾਲਡ ਟਰੰਪ ਅਤੇ ਉਹਨਾਂ ਦੀ ਪਤਨੀ ਮੇਲਾਨੀਆ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਜਾਂਦੇ ਇੱਕ ਹੋਰ ਅਹਿਮ ਖਬਰ ਤੁਹਾਨੂੰ ਦੱਸ ਦਈਏ ਕਿ ਦੇਸ਼ ਦੇ ਵਿੱਚ ਹੁਣ ਡਰਾਈਵਿੰਗ ਲਾਇਸੈਂਸ ਅਤੇ RC ਦੀ ਹਾਰਡ ਕਾਪੀ ਰੱਖਣ ਦਾ ਝੰਜਟ ਖਤਮ ਹੋ ਗਿਆ। ਦੇਸ਼ ਦੇ ਵਿੱਚ ਨਵਾਂ ਮੋਟਰ ਵਾਹਨ ਕਾਨੂੰਨ ਲਾਗੂ ਹੋ ਗਿਆ, ਜਿਸ ਤੋਂ ਬਾਅਦ ਹੁਣ ਤੁਹਾਨੂੰ ਆਪਣੇ ਡਰਾਈਵਿੰਗ ਲਾਇਸੈਂਸ ਅਤੇ RC ਰਜਿਸਟ੍ਰੇਸ਼ਨ ਕਾਪੀ ਹੈ, ਪਰਮਿਟ, PUC ਜਾਂ ਹੋਰ ਦਸਤਾਵੇਜ਼ਾਂ ਦੀ ਹਾਰਡ ਕਾਪੀ ਆਪਣੇ ਕੋਲ ਕਾਰ ਦੇ ਵਿੱਚ ਰੱਖਣ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਇਹ ਸਾਰੇ ਦਸਤਾਵੇਜ਼ ਨੇ ਜਿਹੜੇ ਉਹਨਾਂ ਦੀ ਡਿਜੀਟਲ ਕਾਪੀ ਹੈ ਤੁਹਾਡੇ ਸਮਾਰਟਫੋਨ ਦੇ ਉੱਤੇ ਮਿਲ ਸਕੇਗੀ। ਪਰਿਵਹਨ ਜਾਂ ਫਿਰ ਡਿਜੀਲੋਕਰ ਐਪ ਦੇ ਵਿੱਚ ਤੁਸੀਂ ਇਹਨਾਂ ਨੂੰ ਰੱਖ ਸਕਦੇ ਹੋ। ਮੋਟਰ ਵਹੀਕਲ ਰੂਲਸ ਦੇ ਵਿੱਚ ਹਾਲ ਹੀ ਵਿੱਚ ਸੋਧ ਕੀਤੀ ਗਈ ਹੈ, ਜਿਸ ਦੇ ਨਾਲ ਹੁਣ ਡਿਜੀਟਲ ਤਰੀਕੇ ਦੇ ਨਾਲ ਇਹ ਸਾਰੇ ਦਸਤਾਵੇਜ਼ ਚੈੱਕ ਕੀਤੇ ਜਾਣਗੇ ਤੇ ਇਸ ਦੇ ਨਾਲ ਰਿਸ਼ਵਤਖੋਰੀ ਦੇ ਉੱਤੇ ਲਗਾਮ ਲੱਗੇਗੀ। ਇਹ ਸਰਕਾਰ
ਸਰਕਾਰ ਦਾ ਕਹਿਣਾ ਹੈ ਤੇ ਇਹਦੇ ਲਈ ਸਰਕਾਰ ਨੇ ਸਲਾਹ ਦਿੱਤੀ ਹੈ ਕਿ ਐਮ ਪਰਿਵਹਿਨ ਨਾਂ ਦੀ ਜਿਹੜੀ ਐਪ ਹੈਗੀ ਹੈ ਉਹ ਸਾਰੇ ਵਾਹਨਾਂ ਦੇ ਜਿਹੜੇ ਚਲਾਉਣ ਵਾਲੇ ਲੋਕ ਨੇ, ਡਰਾਈਵਰ ਹੈਗੇ ਨੇ, ਉਹ ਡਾਊਨਲੋਡ ਕਰ ਸਕਦੇ ਨੇ। ਅਤੇ ਪਿਛਲੇ ਸਾਲ ਸਰਕਾਰ ਨੇ ਸਾਰੇ ਸੂਬਿਆਂ ਦੇ ਟਰਾਂਸਪੋਰਟ ਤੇ ਪੁਲਿਸ ਡਿਪਾਰਟਮੈਂਟ ਨੂੰ ਵੀ ਐਡਵਾਈਜ਼ਰੀ ਭੇਜ ਕੇ ਡਿਜੀਟਲ ਦਸਤਾਵੇਜ਼ਾਂ ਨੂੰ ਮਾਨਤਾ ਦੇਣ ਦੇ ਲਈ ਕਹਿ ਦਿੱਤਾ ਸੀ ਤੇ ਸਰਕਾਰ ਨੇ ਸਾਰੇ ਸੂਬਿਆਂ ਦੇ ਟਰਾਂਸਪੋਰਟ ਤੇ ਪੁਲਿਸ ਡਿਪਾਰਟਮੈਂਟ ਨੂੰ ਐਡਵਾਈਜ਼ਰੀ ਭੇਜ ਕੇ ਡਿਜੀਟਲ ਦਸਤਾਵੇਜ਼ਾਂ ਨੂੰ ਮਾਨਤਾ ਦੇਣ ਦੇ ਲਈ ਕਹਿ ਦਿੱਤਾ ਹੈ। ਪੁਲਿਸ ਦੇ ਕੋਲ ਡਿਟੇਲਸ ਨੂੰ ਆਨਲਾਈਨ ਵੈਰੀਫਾਈ ਕਰਨ ਦੇ ਲਈ ਹੈਂਡ ਹੈਲਡ ਡਿਵਾਈਸਿਸ ਜਾਂ ਐਪ ਨੇ ਤੇ ਹੁਣ ਇਹ ਨਿਯਮ ਹੈ ਜਿਹੜਾ ਬਣ ਚੁੱਕਿਆ। ਜੇਕਰ ਪੁਲਿਸ ਇਸ ਦੀ ਪਾਲਣਾ ਨਹੀਂ ਕਰਦੀ ਤਾਂ ਲੋਕ ਆਪਣੀ ਗੱਲ ਹੈ ਜਿਹੜੀ ਉਹ ਰੱਖ ਸਕਦੇ ਨੇ। ਮੰਨ ਲਓ ਕਿ ਉਹਨਾਂ ਕੋਲੇ ਹਾਰਡ ਕਾਪੀ ਜੇ ਨਹੀਂ ਹੈਗੀ ਤੇ ਪੁਲਿਸ ਮੋਬਾਈਲ ਦੇ ਵਿੱਚ ਨਹੀਂ ਚੈੱਕ ਕਰਦੀ ਤਾਂ ਉਹ ਆਪਣੀ ਸ਼ਿਕਾਇਤ ਹੈ ਜਿਹੜੀ ਉਹਨਾਂ ਦੇ ਖਿਲਾਫ ਕਰ ਸਕਦੇ ਨੇ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।